Good morning, dear students. I hope you are in the pink of health. ਪਿਆਰੇ ਬੱਚਿਓ, ਕੀ ਤੁਸੀਂ ਆਰਟਿਸਨ ਤੇ ਆਰਟਿਸਟ ਦੇ ਵਿੱਚ ਡਿਫਰੈਂਸ ਦੱਸ ਸਕਦੇ ਹੋ? If yes, then you are a genius. Well, let me tell you. ਆਰਟਿਸਨ ਮਤਲਬ ਕਾਰੀਗਰ, ਜੋ ਆਪਣੇ ਕੰਮ ਦੇ ਵਿੱਚ ਆਪਣੀ ਕਾਰੀਗਰੀ ਦਿਖਾਉਂਦੇ ਨੇ, ਜਿਵੇਂ ਕਿ ਬਲੈਕ ਸਮਿਥ ਯਾਨੀ ਕਿ ਲੋਹਾਰ ਜਾਂ ਗੋਲਡ ਸਮਿਥ ਯਾਨੀ ਕਿ ਸੁਨਾਰ। ਦੇਖੋ, ਕੰਮ ਚਾਹੇ ਕੋਈ ਵੀ ਕਰ ਰਿਹਾ ਹੋਏ, ਚਾਹੇ ਬਲੈਕ ਸਮਿਥ ਤੇ ਚਾਹੇ ਗੋਲਡ ਸਮਿਥ, ਬਟ ਇੱਕ ਗੱਲ ਤਾਂ ਕਲੀਅਰ ਹੈ ਕਿ ਇਹ ਦੋਨੋਂ ਹੀ ਆਪਣੇ ਹੁਨਰ ਦੇ ਨਾਲ, ਆਪਣੀ ਕਾਰੀਗਰੀ ਦੇ ਨਾਲ ਇੱਕ ਨਵੀਂ ਚੀਜ਼ ਪੇਸ਼ ਕਰ ਦਿੰਦੇ ਹੈ। ਐਗਜ਼ਾਮਪਲ, ਅ ਗੋਲਡ ਸਮਿਥ ਇਜ਼ ਐਨ ਆਰਟਿਸਨ। ਅੱਛਾ ਦੱਸੋ ਕਿ ਅਗਰ ਕੋਈ ਸਿੰਗਰ ਹੈ ਜਾਂ ਪੇਂਟਰ ਹੈ ਤਾਂ ਕੀ ਉਹ ਵੀ ਆਰਟਿਸਨ ਹੈ? ਨੋ, ਸਿੰਗਰ ਜਾਂ ਪੇਂਟਰ ਇਹ ਕੀ ਨੇ? ਆਰਟਿਸਟ ਯਾਨੀ ਕਿ ਕਲਾਕਾਰ। ਬਹੁਤ ਸਾਰੇ ਬੱਚੇ ਆਰਟਿਸਨ ਤੇ ਆਰਟਿਸਟ ਦੇ ਡਿਫਰੈਂਸ ਨੂੰ ਲੈ ਕੇ ਬਹੁਤ ਵਾਰ ਕਨਫਿਊਜ਼ ਹੋ ਜਾਂਦੇ ਨੇ, ਬਟ ਤੁਸੀਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਅਗਰ ਕੋਈ ਕਿਸੇ ਚੀਜ਼ ਤੋਂ ਇੱਕ ਨਵੀਂ ਚੀਜ਼ ਬਣਾ ਰਿਹਾ ਹੈ ਤਾਂ ਉਹ ਤਾਂ ਹੋ ਗਿਆ ਕਾਰੀਗਰ ਯਾਨੀ ਕਿ ਆਰਟਿਸਨ। ਬਟ ਜੋ ਆਪਣੇ ਅੰਦਰ ਛੁਪੇ ਹੋਏ ਟੈਲੈਂਟ ਨੂੰ, ਸਕਿੱਲ ਨੂੰ, ਹੁਨਰ ਨੂੰ ਬਾਹਰ ਨਿਕਾਲਦੇ ਨੇ, ਉਹ ਹੁੰਦੇ ਨੇ ਆਰਟਿਸਟ। ਮੀਨਸ ਜੋ ਆਪਣੀ ਕਲਾ ਨੂੰ ਪੇਸ਼ ਕਰਦੇ ਨੇ, ਉਹ ਹੋ ਗਏ ਕਲਾਕਾਰ ਯਾਨੀ ਕਿ ਆਰਟਿਸਟ। ਨਾਓ ਯੂ ਹੈਵ ਟੂ ਚੂਜ਼ between these two pair of words. A poacher is an dash, artist or artisan. ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਆਰਟਿਸਨ ਤੇ ਆਰਟਿਸਟ ਦੇ ਡਿਫਰੈਂਸ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ ਔਰ ਇਹ ਵੀ ਸਮਝ ਗਏ ਹੋਵੋਗੇ ਕਿ ਇਹ ਦੋ ਵਰਡਸ ਹੀ ਨੇ ਪੇਅਰ ਆਫ ਵਰਡਸ। ਯੈਸ, ਆਪਣਾ ਅੱਜ ਦਾ ਟੌਪਿਕ ਹੈ ਪੇਅਰਸ ਆਫ ਵਰਡਸ। ਜਨਰਲੀ ਇਹ ਵਰਡਸ ਕਨਫਿਊਜ਼ਨ ਕ੍ਰੀਏਟ ਕਰਦੇ ਨੇ, ਮਨ ਦੇ ਵਿੱਚ ਉਲਝਣ ਪੈਦਾ ਕਰ ਦਿੰਦੇ ਨੇ। ਪਤਾ ਹੈ ਕਿਉਂ? ਕਿਉਂਕਿ ਕਈ ਵਾਰ ਇਹ ਬੋਲਣ ਦੇ ਵਿੱਚ ਇੱਕੋ ਜਿਹੇ ਲੱਗਦੇ ਨੇ, ਬਟ ਇਹਨਾਂ ਦੇ ਸਪੈਲਿੰਗਸ ਤੇ ਮੀਨਿੰਗਸ ਬਹੁਤ ਜ਼ਿਆਦਾ ਡਿਫਰੈਂਟ ਹੁੰਦੇ ਨੇ ਔਰ ਸਮਟਾਈਮਸ ਬੋਲਣ ਦੇ ਵਿੱਚ ਯਾਨੀ ਕਿ ਪ੍ਰੋਨਾਂਸੀਏਸ਼ਨ ਦੇ ਵਿੱਚ ਵੀ ਡਿਫਰੈਂਟ ਹੁੰਦੇ ਨੇ। ਬਟ ਯੈਸ, ਆਈ ਐਮ ਪ੍ਰੀਟੀ ਸ਼ੋਰ ਕਿ ਅੱਜ ਦੇ ਇਸ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕਦੇ ਵੀ ਕਨਫਿਊਜ਼ ਨਹੀਂ ਹੋਵੋਗੇ, ਰਾਦਰ you will feel more confident. Now let's begin with the second example. Accept ਤੇ accept. Accept means ਸਵੀਕਾਰ ਕਰਨਾ ਤੇ accept means ਬਿਨਾ। as the examples ਹਨ, he accepted my offer. ਇੱਥੇ ਆਪਾਂ ਦੱਸ ਰਹੇ ਹਾਂ ਕਿ ਉਸਨੇ ਮੇਰੀ ਆਫਰ, ਮੇਰੀ ਪੇਸ਼ਕਸ਼ ਸਵੀਕਾਰ ਕਰ ਲਈ। ਸੈਕਿੰਡ ਐਗਜ਼ਾਮਪਲ, all except ਮੋਹਨ were present. ਇਸ ਸੈਂਟੈਂਸ ਦੇ ਵਿੱਚ ਆਪਾਂ ਇਹ ਗੱਲ ਕਲੀਅਰ ਕਰ ਰਹੇ ਹਾਂ ਕਿ ਮੋਹਨ ਤੋਂ ਇਲਾਵਾ ਬਾਕੀ ਸਾਰੇ ਪ੍ਰੈਜ਼ੈਂਟ ਸੀ। I hope the difference is clear to you. So now it's for you. All dash her mother joined the party. Accept ਤੇ accept ਦੇ ਡਿਫਰੈਂਸ ਨੂੰ ਸਮਝ ਕੇ ਦੱਸੋ ਕਿ ਇਹਦੇ ਵਿੱਚ ਕੀ ਆਏਗਾ। ਨੈਕਸਟ ਪੇਅਰ ਆਫ ਵਰਡ ਇਜ਼ alter and alter। ਜੋ ਫਰਸਟ alter ਹੈ ਯਾਨੀ ਕਿ ਜੋ ER ਦੇ ਨਾਲ ਐਂਡ ਹੋ ਰਿਹਾ, ਇਹਦਾ ਮਤਲਬ ਹੈ ਬਦਲਣਾ। ਐਗਜ਼ਾਮਪਲ, ਡੋਂਟ alter your decision now। ਐਸੇ ਸੈਂਟੈਂਸ ਦਾ ਮਤਲਬ ਹੈ ਕਿ ਹੁਣ ਤੁਸੀਂ ਆਪਣਾ ਫੈਸਲਾ, ਆਪਣਾ ਡਿਸੀਜਨ ਚੇਂਜ ਨਾ ਕਰੋ। ਸੈਕਿੰਡ alter ਜਿਹਦੇ ਪਿੱਛੇ AR ਲੱਗਦਾ ਹੈ, ਉਸ ਦਾ ਮਤਲਬ ਹੈ ਪੂਜਾ ਦਾ ਸਥਾਨ ਯਾਨੀ ਕਿ ਅ ਪਲੇਸ ਆਫ ਵਰਸ਼ਿਪ। ਐਗਜ਼ਾਮਪਲ, ਟੇਕ ਆਫ ਯੋਰ ਸ਼ੂਜ਼ ਬਿਫੋਰ ਰੀਚਿੰਗ ਦ altar। ਟੇਕ ਆਫ ਮਤਲਬ ਉਤਾਰਨਾ, ਇਸ ਦਾ ਮਤਲਬ ਹੈ ਕਿ ਪੂਜਾ ਦੇ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਸ਼ੂਜ਼ ਉਤਾਰ ਦਿਓ। ਇਹ ਦੋਨੋਂ ਵਰਡਸ ਹੀ ਬੋਲਣ ਦੇ ਵਿੱਚ ਸੇਮ ਨੇ, ਬਟ ਮੀਨਿੰਗ ਤੇ ਸਪੈਲਿੰਗਸ ਦਾ ਫਰਕ ਹੈ। ਸੋ ਇਸ ਫਰਕ ਨੂੰ ਸਮਝ ਕੇ ਤੁਸੀਂ ਰਿਪਲਾਈ ਕਰੋ। He placed the candles on the dash.
ਨੈਕਸਟ ਜੋ ਆਪਣੇ ਕੋਲ ਵਰਡਸ ਨੇ ਉਹ ਹਨ ਅਡੈਪਟ, ਅਡੋਪਟ ਤੇ ਅਡੈਪਟ। ਅਡੈਪਟ ਮੀਨਸ ਢਾਲਣਾ। ਯੂ ਸ਼ੁੱਡ ਅਡੈਪਟ ਯੋਰਸੈਲਫ ਟੂ ਨਿਊ ਸਿਸਟਮ। ਇਸ ਦਾ ਮੀਨਿੰਗ ਹੈ ਕਿ ਤੁਹਾਨੂੰ ਨਿਊ ਸਿਸਟਮ ਦੇ ਮੁਤਾਬਿਕ ਖੁਦ ਨੂੰ ਢਾਲ ਲੈਣਾ ਚਾਹੀਦਾ ਹੈ। ਸੈਕਿੰਡ ਵਰਡ ਹੈ ਅਡੋਪਟ, ਮਤਲਬ ਗੋਦ ਲੈਣਾ। ਰਾਣੀ ਵਿਲ ਨੋਟ ਅਡੋਪਟ ਦਿਸ ਚਾਈਲਡ, ਮਤਲਬ ਰਾਣੀ ਇਸ ਬੱਚੇ ਨੂੰ ਗੋਦ ਨਹੀਂ ਲਏਗੀ। ਐਂਡ ਦ ਥਰਡ ਵਰਡ ਇਜ਼ ਅਡੈਪਟ, यानी कि माहर होना या निपुण होना, स्किलफुल होना। एग्जाम्पल, ही इज़ अडेप्ट ऑफ ड्राइंग। इस सेंटेंस ਦੇ ਵਿੱਚ ਆਪਾਂ ਦੱਸ ਰਹੇ ਹਾਂ ਕਿ ਉਹ ਲੜਕਾ ਡਰਾਇੰਗ ਦੇ ਵਿੱਚ ਐਕਸਪਰਟ ਹੈ, ਅਡੈਪਟ ਹੈ। ਨਾਓ ਇਟ ਇਜ਼ ਯੋਰ ਟਰਨ। ਇਹਨਾਂ ਤਿੰਨਾਂ ਵਰਡਸ ਨੂੰ ਸਮਝ ਕੇ ਤੁਸੀਂ ਰਿਪਲਾਈ ਕਰਨਾ ਹੈ। One should dash oneself to new circumstances. Now let us discuss about the fifth pair, that is access and excess. Access मतलब पहुंच। He has an easy access to the minister, मतलब उस दी मिनिस्टर तक easy approach है। Second word है excess, मतलब किसी चीज़ दा वध जाना। Excess of everything is bad, यानी कि लोड़ तो वध कोई भी काम करना, जिमें कि टीवी देखना, फ़ोन देखना या टाइम ख़राब करना, कुछ भी किसी भी चीज़ की एक्सैस हमेशा बुरी ही होंदी है। इन्हां दोनों वर्ड्स के मीनिंग नूं चंगी तरह समझ के तुसीं रिप्लाई करना है। आई हैव नो डैश टू द मिनिस्टर। नाउ द सिक्स्थ पेयर इज़ एडवाइस एंड एडवाइस। जो पहला एडवाइस है यानी कि SE वाला, इसका मतलब है नसीहत देना। ये वर्ड वर्ब का काम कर रहे हैं। एग्जाम्पल, आई एडवाइज्ड हिम टू गो देयर, मतलब मैं उसको सलाह दी कि वह उत्थे चला जाए। एंड जो सेकंड वर्ड है एडवाइस, इसका मतलब है नसीहत यानी कि सलाह। यह वर्ड एक नाउन का काम कर रहे हैं। एग्जाम्पल, माई एडवाइस वॉज एक्सेप्टेड बाय हिम, मीन्स कि मेरी सलाह उसने स्वीकार कर ली। एडवाइस ते एडवाइस दे मीनिंग नूं समझ के तुसीं रिप्लाई करने। ही डैश मी टू वर्क हार्ड। लेट्स मूव टू द सेवंथ पेयर, एंगल एंड एंजल। बहुत सारे बच्चे इन्हां वर्ड्स नूं गलत यूज़ करते हैं। प्यारे बच्चों, इन्हां दे स्पैलिंग्स नूं ध्यान दे नाल देखो। एंगल यानी कि कोण। एग्जाम्पल, मेक एन एंगल ऑफ 30 डिग्री, यानी कि तुसी जो मैथ दे विचों एक कोण बनाने हो तो उस टाइम ते किहड़ा वर्ड यूज़ करते हो? एंगल, मतलब कि तुसी 30 डिग्री का एंगल बनाओ। बट जो सैकेंड वर्ड है दैट इज़ एंजल, यानी कि देवदूत। जिवें हैप्पी प्रिंस वाले लैसन दे विच एक एंजल आया सी जो डैड स्वोलो ते हैप्पी प्रिंस दे हार्ट नूं लैके गया सी, है ना। दैट वॉज एन एंजल। एग्जाम्पल, माई गुड एंजल सेव्ड मी फ्रॉम सिन, कि मेरे चंगे देवता ने मैनू पाप करन तो बचा लिया। हुण एंगल ते एंजल दे मीनिंग नूं समझो अते आंसर दो। गांधी जी वॉज एन डैश ऑफ पीस। प्यारे बच्चों, एंगल ते एंजल दी प्रनंसिएशन नूं समझण वास्ते तुहानूं एक टिप दे रही हाँ। जे जी तो बाद कोई कॉन्सोनेंट लैटर है तो तुसी ग प्रोनाउंस करना है, जिस तरह कि एंगल। बट जे जी तो बाद कोई वाउल लैटर है तो ज साउंड, जिवें कि एंजल। है ना इंटरेस्टिंग? आई थिंक हुण तुहानूं एंगल ते एंजल का डिफरेंस हमेशा याद रहना है। तो चलो आओ हुण आपां 8th पेयर की गल करिए, दैट इज़ इंसीडेंट एंड एक्सीडेंट। इंसीडेंट मतलब कोई भी घटना, चंगी या माड़ी, किसी भी तरह की कोई घटना हो सकती है। एग्जाम्पल, ही रिलेटेड एन अम्यूजिंग इंसीडेंट, मतलब उसने एक अम्यूजिंग इंसीडेंट, अम्यूजिंग घटना रिलेट की, सुनाई। सैकेंड वर्ड इज़ एक्सीडेंट। एक्सीडेंट का नाम ही भैड़ा है ना, मतलब ਇਹਦਾ मतलब ही दुर्घटना है, यानी कि बुरी घटना।
एग्जाम्पल, ही वॉज किल्ड इन अ बस एक्सीडेंट, मतलब कोई लड़का किसी बस एक्सीडेंट ਦੇ ਵਿੱਚ ਮਾਰਿਆ ਗਿਆ। ਕਿਸੇ ਦਾ ਮਰ ਜਾਣਾ ਹੈ ਨਾ ਇਹ ਬੁਰੀ ਘਟਨਾ, ਯਾਨੀ ਕਿ ਦੁਰਘਟਨਾ, ਯਾਨੀ ਕਿ ਐਕਸੀਡੈਂਟ। ਫਿਰ ਜਲਦੀ ਹੀ ਇਹਦਾ ਆਨਸਰ ਕਮੈਂਟ ਕਰੋ। A serious railway dash took place yesterday. Now the ninth pair is amiable and amicable. Amiable means प्यारा। She has an amiable nature, मतलब उसकी नेचर बहुत प्यारी है, बहुत वधिया है। Amicable means शांतिपूर्ण। They want an amicable settlement of the dispute, मतलब ਉਹ ਇਸ ਡਿਸਪਿਊਟ ਦਾ ਸ਼ਾਂਤੀਪੂਰਨ ਸੈਟਲਮੈਂਟ ਚਾਹੁੰਦੇ ਹਨ। ਦੇਖੋ, ਐਮੀਏਬਲ ਤੇ ਐਮਿਕੇਬਲ ਦੇ ਵਿੱਚ ਇੱਕ ਲੈਟਰ ਸਿਰਫ ਸੀ ਦਾ ਡਿਫਰੈਂਸ ਹੈ, ਜੋ ਇਹਨਾਂ ਦੇ ਸਪੈਲਿੰਗਸ, ਮੀਨਿੰਗਸ ਤੇ ਪ੍ਰੋਨਾਂਸੀਏਸ਼ਨ ਦੇ ਵਿੱਚ ਇੱਕ ਡਿਫਰੈਂਸ ਕ੍ਰੀਏਟ ਕਰਦਾ ਹੈ। ਇਸ ਡਿਫਰੈਂਸ ਨੂੰ ਚੰਗੀ ਤਰ੍ਹਾਂ ਸਮਝ ਕੇ ਰਿਪਲਾਈ ਕਰੋ। Her manners are dash. And now the last pair is affect and effect, the most confusing words. But ਤੁਸੀਂ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ affect verb ਹੈ ਔਰ effect noun। affect ਦਾ ਮਤਲਬ ਹੈ ਪ੍ਰਭਾਵ ਪਾਉਣਾ। एग्जाम्पल, overwork affected her health, ਯਾਨੀ ਕਿ ਜ਼ਿਆਦਾ ਕੰਮ ਕਰਨ ਦੇ ਨਾਲ, ਓਵਰਵਰਕ ਕਰਨ ਦੇ ਨਾਲ ਉਹਦੀ, ਉਸ ਲੜਕੀ ਦੀ ਸਿਹਤ 'ਤੇ ਅਸਰ ਪਿਆ, ਪ੍ਰਭਾਵ ਪਿਆ। ਐਂਡ ਦਾ ਸੈਕਿੰਡ ਵਰਡ ਇਜ਼ ਇਫੈਕਟ, ਯਾਨੀ ਕਿ ਪ੍ਰਭਾਵ। ਮਾਈ ਐਡਵਾਈਸ ਹੈਡ ਨੋ ਇਫੈਕਟ ਔਨ ਹਿਮ। ਜਦੋਂ ਤੁਸੀਂ ਕਿਸੇ ਨੂੰ ਆਪਣੀ ਸਿੰਸੀਅਰ ਐਡਵਾਈਸ ਦਿੰਦੇ ਹੋ ਔਰ ਉਹਦੇ ਉੱਪਰ ਇਸ ਦਾ ਕੋਈ ਇਫੈਕਟ ਨਹੀਂ ਹੁੰਦਾ, ਉਸ ਟਾਈਮ 'ਤੇ ਤੁਸੀਂ ਇਹ ਸੈਂਟੈਂਸ ਕਹਿ ਸਕਦੇ ਹੋ ਕਿ ਮੇਰੀ ਐਡਵਾਈਸ ਦਾ, ਮੇਰੀ ਸਲਾਹ ਦਾ ਉਸ ਦੇ ਉੱਪਰ ਕੋਈ ਵੀ ਇਫੈਕਟ ਨਹੀਂ ਹੋਇਆ। ਅਫੈਕਟ ਤੇ ਇਫੈਕਟ ਦੇ ਮੀਨਿੰਗਸ ਨੂੰ ਚੰਗੀ ਤਰ੍ਹਾਂ ਸਮਝ ਕੇ ਰਿਪਲਾਈ ਕਰੋ। ਦ ਅਨਹੋਲਸਮ ਫੂਡ ਡੈਸ਼ ਹਰ ਹੈਲਥ ਐਡਵਰਸਲੀ। ਪਿਆਰੇ ਬੱਚੋ, ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪੇਅਰ ਆਫ ਵਰਡਸ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਔਰ ਜੋ 10 ਸੈਂਟੈਂਸਿਸ ਤੁਹਾਨੂੰ ਹਰੇਕ ਪੇਅਰ ਆਫ ਵਰਡ ਤੋਂ ਬਾਅਦ ਪੁੱਛੇ ਗਏ ਨੇ, ਤੁਸੀਂ ਉਹਨਾਂ ਦੇ ਰਿਪਲਾਈ ਵੀ ਜ਼ਰੂਰ ਕਰੋਗੇ। ਥੈਂਕਸ ਫॉर ਵਾਚਿੰਗ। ਕਾਈਂਡਲੀ ਸਟੇ ਕਨੈਕਟਿਡ, ਸਟੇ ਐਡਵਾਂਸਡ।